ਅਸੀਂ ਅਗਰ ਤੁਸੀਂ ਤੁਹਾਡੇ ਸਾਰਿਆਂ ਦੇ ਕੋਲ ਹੈਂਡ ਆਊਟਸ ਹੈਗੀਆਂ ਆ ਅੱਜ ਦੇ ਪ੍ਰਭੂ ਦੇ ਸ਼ਬਦ ਦੀਆਂ, ਔਰ ਪਿਛਲੇ ਸਮੇਂ ਤੋਂ ਅਸੀਂ ਜੋ ਪ੍ਰਭੂ ਦਾ ਵਚਨ ਦੇਖਦੇ ਪਏ ਹਾਂ ਉਸ ਦੇ ਵਿੱਚ ਲਗਾਤਾਰ ਅਸੀਂ ਜਿਹੜੀਆਂ ਚੀਜ਼ਾਂ ਦੇਖ ਰਹੇ ਹਾਂ ਉਹ ਚੀਜ਼ਾਂ ਆ ਜੋ ਪ੍ਰਭੂ ਜਦ ਕਿਸੇ ਇਨਸਾਨ ਦੀ ਜ਼ਿੰਦਗੀ ਨੂੰ ਬਦਲਦਾ, ਜਦ ਪ੍ਰਭੂ ਕਿਸੇ ਦੀ ਜ਼ਿੰਦਗੀ ਦੇ ਵਿੱਚ ਆਪ ਆਉਂਦਾ ਔਰ ਉਸ ਤੋਂ ਬਾਅਦ ਜੋ ਉਸ ਇਨਸਾਨ ਦੀ ਜ਼ਿੰਦਗੀ ਦਾ ਤੋਂ ਉਹ ਕੰਮ ਲੈਂਦਾ, ਉਹ ਕਦੀ ਇੱਕ ਯੁੱਗ ਦੇ ਲਈ ਨਹੀਂ ਹੋਏ, ਉਹ ਯੁਗਾਂ ਦੇ ਲਈ ਹੋਇਆ। ਅਸੀਂ ਪਿਛਲੇ ਹਫ਼ਤੇ ਤੋਂ ਸੰਤ ਪੌਲ ਦੀ ਜ਼ਿੰਦਗੀ ਨੂੰ ਦੇਖਦੇ ਆ ਰਹੇ ਹਾਂ, ਕਿਸ ਤਰ੍ਹਾਂ ਪ੍ਰਭੂ ਉਸ ਦੀ ਜ਼ਿੰਦਗੀ ਨੂੰ ਬਦਲ ਰਿਹਾ, ਕਿੱਦਾਂ ਪ੍ਰਭੂ ਨੇ ਉਸ ਦੇ ਰਾਹੀਂ ਆਪਣੀ ਸੰਗਤ ਨੂੰ ਦੁੱਖ ਦੁਆਏ। ਉਹ ਮਸੀਹੀਆਂ ਦਾ ਕਤਲ ਕਰਨ ਵਾਲਾ ਸੀ। ਸਤਿਫਨੁਸ ਨੂੰ ਉਸਨੇ ਪੱਥਰ ਮਾਰ ਮਾਰ ਕੇ ਮਰਵਾ ਦਿੱਤਾ। ਉਸ ਤੋਂ ਬਾਅਦ ਬਹੁਤ ਸਾਰੇ ਜਿਹੜੇ ਯਰੂਸ਼ਲਮ ਦੇ ਵਿੱਚ ਪ੍ਰਭੂ ਦੇ ਵਿਸ਼ਵਾਸੀ ਸੀ, ਉਹਨਾਂ ਦੇ ਉੱਤੇ ਉਸਨੇ ਤਸੀਹੇ ਦੁੱਖ ਉਸਨੇ ਉਹਨਾਂ ਨੂੰ ਦਿੱਤੇ। ਉਹ ਮੰਦਰ ਦੇ ਉਸ ਪ੍ਰਧਾਨ ਦੀ ਜ਼ਿੰਦਗੀ ਉਸ ਜਗ੍ਹਾ ਦੇ ਉੱਤੇ ਜਾ ਰਿਹਾ ਸੀ ਜਿਸ ਨੂੰ ਅਸੀਂ ਹਾਈ ਪ੍ਰੀਸਟ ਕਹਿੰਦੇ ਹਾਂ। ਉਸ ਬੰਦੇ ਦੀ ਤਿਆਰੀ ਮੰਦਰ ਦੇ ਹਾਈ ਪ੍ਰੀਸਟ ਬਣਨ ਦੇ ਲਈ ਕੀਤੀ ਗਈ ਸੀ। ਉਸ ਦੀ ਸਾਰੀ ਸਿੱਖਿਆ ਉਸ ਨੂੰ ਇੱਕ ਐਸੇ ਇਨਸਾਨ ਦੇ ਉਸਨੇ ਚਰਨਾਂ ਦੇ ਵਿੱਚ ਬੈਠ ਕੇ ਸਿੱਖਿਆ ਸੀ ਜਿਸ ਦਾ ਨਾਮ ਗਮਾਲੀਅਲ ਸੀ। ਉਸ ਦਾ ਜਨਮ ਇੱਕ ਐਸੇ ਕਬੀਲੇ ਦੇ ਵਿੱਚ ਹੋਇਆ ਸੀ ਜਿਸ ਨੂੰ ਬਿਨਯਾਮੀਨ ਦਾ ਕਬੀਲਾ ਕਿਹਾ ਜਾਂਦਾ ਸੀ, ਯਹੂਦੀਆਂ ਦਾ ਯਹੂਦੀ। ਪ੍ਰਭੂ ਨੇ ਉਸ ਇਨਸਾਨ ਨੂੰ ਚੁਣਿਆ ਜਿਸ ਦੇ ਕੋਲ ਕਮਾਂਡ ਕਰਨ ਦੇ ਲਈ ਕੁਛ ਸੀ, ਜਿਸ ਦੀ ਜ਼ਿੰਦਗੀ ਦੇ ਵਿੱਚ ਪ੍ਰਭੂ ਦੀ ਪਵਿੱਤਰਤਾ ਸੀ, ਜਿਸ ਦੇ ਲਈ ਪਰਮੇਸ਼ਵਰ ਦੀ ਅਣਖ ਸੀ। ਇੱਕ ਧਾਰਮਿਕ ਬੰਦਾ ਸੀ, ਲੇਕਿਨ ਪ੍ਰਭੂ ਨੇ ਉਸ ਨੂੰ ਦਿਖਾਇਆ ਕਿ ਨਾ ਤਾਂ ਤੇਰੀ ਜਾਤ ਨੇ ਤੈਨੂੰ ਕੁਛ ਦੇਣਾ, ਨਾ ਤੇਰੀ ਜਾਤ ਤੈਨੂੰ ਮੁਕਤੀ ਦੇ ਸਕਦੀ, ਨਾ ਤੇਰੀ ਧਾਰਮਿਕਤਾ ਤੈਨੂੰ ਮੁਕਤੀ ਦੇ ਸਕਦੀ ਆ, ਨਾ ਤੇਰੀ ਸਿੱਖਿਆ ਤੈਨੂੰ ਮੁਕਤੀ ਦੇ ਸਕਦੀ ਆ। ਇਹ ਸਭ ਚੀਜ਼ਾਂ ਫਜ਼ੂਲ ਆ। ਅਗਰ ਤੈਨੂੰ ਕੋਈ ਚੀਜ਼ ਤੇਰੀ ਜ਼ਿੰਦਗੀ ਨੂੰ ਨਵਾਂਪਨ ਦੇ ਸਕਦੀ ਆ ਤਾਂ ਪ੍ਰਭੂ ਯਿਸੂ ਮਸੀਹ ਨੇ ਉਸ ਨੂੰ ਦਿਖਾਇਆ ਕਿ ਉਹ ਮੈਂ ਹਾਂ। ਜਦ ਉਹ ਮਸੀਹੀਆਂ ਨੂੰ ਤਸੀਹੇ ਦੇ ਰਿਹਾ ਔਰ ਉਸਨੇ ਯਰੂਸ਼ਲਮ ਦਾ ਇਲਾਕਾ ਬਿਲਕੁਲ ਸਾਫ਼ ਕਰ ਦਿੱਤਾ, ਸਾਰੇ ਉੱਥੋਂ ਦੜਾਤੇ ਆ। ਕੁਛ ਇੱਕ ਚੇਲੇ ਪ੍ਰਭੂ ਦੇ ਰਹਿ ਗਏ ਆ, ਉਹ ਵੀ ਅੰਡਰਗਰਾਊਂਡ ਤੁਸੀਂ ਕਹ ਲਓ ਲੁੱਕ ਕੇ ਬੈਠੇ ਹੋ ਆ ਡਰਦੇ ਮਾਰੇ। ਤਾਂ ਉਸਨੇ ਦੇਖਿਆ ਕਿ ਇਹ ਤਾਂ ਸਭ ਕੁਝ ਸਾਫ਼ ਹੋ ਗਿਆ, ਲੇਕਿਨ ਦਮਿਸ਼ਕ ਦਾ ਇਲਾਕਾ ਆ, ਉੱਥੇ ਹਾਲੇ ਕ੍ਰਿਸਚਨ ਹੈਗੇ ਆ। ਸੋ ਉਸਨੇ ਅਖਤਿਆਰਨਾਮੇ ਲੈ ਕੇ ਉਹ ਉਸ ਇਲਾਕੇ ਦੇ ਵੱਲ ਜਾ ਰਿਹਾ। ਤਾਂ ਰਸਤੇ ਦੇ ਵਿੱਚ ਪ੍ਰਭੂ ਯਿਸੂ ਨੇ ਉਸ ਨੂੰ ਆਪਣਾ ਦਰਸ਼ਨ ਦਿੱਤਾ। ਉਹ ਘੋੜੇ ਦੇ ਉੱਤੇ ਬੈਠਾ ਆ ਔਰ ਜਦੋਂ ਉਹ ਜਾ ਰਿਹਾ ਤਾਂ ਜਦੋਂ ਉਸ ਨੂੰ ਪ੍ਰਭੂ ਯਿਸੂ ਮਸੀਹ ਦਾ ਦਰਸ਼ਨ ਹੋਇਆ ਤੇ ਇੱਕ ਸੂਰਜ ਦੇ ਵਾਂਗ ਉਸਨੇ ਉਹ ਰੋਸ਼ਨੀ ਦੇਖੀ। ਜਦ ਉਸਨੇ ਉਹ ਰੋਸ਼ਨੀ ਦੇਖੀ ਤਾਂ ਉਹ ਥੱਲੇ ਡਿੱਗ ਪਿਆ ਔਰ ਉਸ ਨੂੰ ਪ੍ਰਭੂ ਕਹਿ ਰਿਹਾ, ਉਸਦਾ ਜਿਹੜਾ ਪਹਿਲਾ ਨਾਮ ਸੀ ਸਾਊਲ ਸੀ, ਸਾਊਲ ਪੌਲ, ਸਾਊਲ ਤੂੰ ਮੈਨੂੰ ਕਿਉਂ ਤੰਗ ਕਰਦਾ? ਉਸਨੇ ਕਿਹਾ, ਪ੍ਰਭੂ ਜੀ ਤੁਸੀਂ ਕੌਣ ਆ? ਮੈਂ ਤੁਹਾਨੂੰ ਕਿੱਦਾਂ ਤੰਗ ਕਰ ਰਿਹਾ? ਮੈਂ ਤਾਂ ਸੋਚਦਾ ਮੈਂ ਤੁਹਾਡੇ ਲਈ ਕੰਮ ਕਰ ਰਿਹਾ। ਉਹ ਕਹਿੰਦਾ, ਜੋ ਤੂੰ ਮੇਰੇ ਲੋਕਾਂ ਨੂੰ ਤੰਗ ਕਰ ਰਿਹਾ ਉਹ ਤੂੰ ਮੈਨੂੰ ਤੰਗ ਕਰ ਰਿਹਾ। ਜਾਂ ਤੈਨੂੰ ਦੱਸ ਦਿੱਤਾ ਜਾਵੇਗਾ ਕਿ ਤੂੰ ਹੁਣ ਕੀ ਕਰਨਾ। ਜਦੋਂ ਦਰਸ਼ਨ ਖਤਮ ਹੋਇਆ ਤੇ ਜਦੋਂ ਉਹ ਉੱਠਿਆ ਤੇ ਉਹ ਕੁਛ ਨਹੀਂ ਦੇਖ ਸਕਦਾ ਸੀ, ਅੰਨਾ ਸੀ। ਪ੍ਰਭੂ ਦੀ ਉਸ ਮਹਿਮਾ ਦੇ ਦਰਸ਼ਨ ਨੇ ਉਸ ਦੀਆਂ ਅੱਖਾਂ ਖਾ ਲਈਆਂ।
ਉਸਦੀਆਂ ਅੱਖਾਂ ਸੜ ਗਈਆਂ। ਦੇਖ ਨਹੀਂ ਸਕਦਾ ਸੀ। ਔਰ ਅਸੀਂ ਪਿਛਲੇ ਹਫ਼ਤੇ ਪ੍ਰਭੂ ਦੇ ਵਚਨ 'ਚ ਦੇਖਿਆ ਸੀ ਕਿ ਕਿਸ ਤਰ੍ਹਾਂ ਉਹ ਗਿਆ ਔਰ ਪ੍ਰਭੂ ਨੇ ਉਸ ਦੇ ਕੋਲ ਆਪਣਾ ਇੱਕ ਬੰਦਾ ਘੱਲਿਆ, ਉਸਨੇ ਉਸ ਦੇ ਲਈ ਦੁਆ ਕੀਤੀ ਤਾਂ ਉਹਦੀਆਂ ਅੱਖਾਂ ਦੇ ਮੋਹਰਿਓਂ ਇੱਕ ਝਿੱਲੀ ਜਿਹੀ ਡਿੱਗ ਪਈ। ਹੁਣ ਉਹ ਦੇਖ ਸਕਦਾ ਸੀ ਪਰ ਉੱਦਾਂ ਦਾ ਨਹੀਂ ਜਿੱਦਾਂ ਪਹਿਲਾਂ ਸੀ। ਪ੍ਰਭੂ ਨੇ ਉਸ ਨੂੰ ਉਨੀ ਕੀ ਰੋਸ਼ਨੀ ਦੁਆਰਾ ਦਿੱਤੀ ਕਿ ਜਿਸ ਦੇ ਨਾਲ ਉਹ ਆਪਣੀ ਜ਼ਿੰਦਗੀ ਦੇ ਹੁਣ ਕੰਮ ਕਰ ਸਕਦਾ ਸੀ, ਉਸ ਤੋਂ ਜ਼ਿਆਦਾ ਨਹੀਂ। ਔਰ ਅੱਜ ਅਸੀਂ ਦੇਖਾਂਗੇ ਕਿ ਪ੍ਰਭੂ ਜਦ ਕਿਸੇ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਆਉਂਦਾ ਤੇ ਉਹ ਉਸ ਜ਼ਿੰਦਗੀ ਨੂੰ ਲੈ ਕੇ ਉਸ ਦੇ ਰਾਹੀਂ ਕੀ ਕਰਦਾ। ਇਸੇ ਜਿਸ ਵੇਲੇ ਪ੍ਰਭੂ ਦੀ ਹਜ਼ੂਰੀ ਸਾਡੀ ਜ਼ਿੰਦਗੀ ਦੇ ਵਿੱਚ ਆਉਂਦੀ ਆ, ਅਸੀਂ ਬਹੁਤ ਜਿਹੜੀਆਂ ਚੀਜ਼ਾਂ ਅਸੀਂ ਪ੍ਰਭੂ ਤੋਂ ਲੱਭਦੇ ਪਏ ਹਾਂ ਨਾ, ਉਹ ਦੁਨਿਆਵੀ ਚੀਜ਼ਾਂ, ਦੁਨਿਆਵੀ ਚੀਜ਼ਾਂ ਉਹ ਆਪਣੇ ਬੱਚਿਆਂ ਨੂੰ ਦਿੰਦਾ। ਪਰ ਜਦ ਸਾਡਾ ਧਿਆਨ ਸਿਰਫ ਦੁਨਿਆਵੀ ਚੀਜ਼ਾਂ ਦੇ ਉੱਤੇ ਹੀ ਲੱਗ ਜਾਂਦਾ ਤੇ ਫਿਰ ਦੁਨਿਆਵੀ ਚੀਜ਼ਾਂ ਸਾਨੂੰ ਦੜਾਉਂਦੀਆਂ ਫਿਰਦੀਆਂ। ਜਿਸ ਲਈ ਸਾਡਾ ਵਿਸ਼ਵਾਸ ਇੰਨਾ ਕੀ ਰਹਿ ਜਾਂਦਾ ਕਿ ਦੁਨਿਆਵੀ ਚੀਜ਼ਾਂ ਕੰਮ ਹੋ ਰਹੇ ਆ, ਦੁਨਿਆਵੀ ਚੀਜ਼ਾਂ ਹੋ ਰਹੀਆਂ ਤਾਂ ਪ੍ਰਭੂ ਸਾਡੇ ਵੱਲ ਆ, ਜੇ ਦੁਨਿਆਵੀ ਚੀਜ਼ਾਂ ਨਹੀਂ ਹੋ ਰਹੀਆਂ ਤਾਂ ਸਾਡੇ ਖਿਲਾਫ ਆ। ਫਿਰ ਪ੍ਰਭੂ ਪ੍ਰਭੂ ਨਹੀਂ, ਦੁਨਿਆਵੀ ਚੀਜ਼ਾਂ ਪ੍ਰਭੂ ਆ। God is not God. Circumstances are God. Situations of the life is God. ਦਾਊਦ ਕਹਿ ਰਿਹਾ ਮੇਰੀ ਜ਼ਿੰਦਗੀ 'ਚ ਚਾਹੇ ਕੁਛ ਵੀ ਹੋਵੇ ਤੂੰ ਮੇਰਾ ਪਰਮੇਸ਼ਵਰ ਆ, ਕਿਉਂਕਿ ਮੈਂ ਆਪਣੇ ਆਪ ਨੂੰ ਤੇਰੀ ਓੜ, ਤੇਰੇ ਜਿਹੜਾ ਅਸਲੀ ਹੀਬਰੂ ਦੇ ਵਿੱਚ ਦਿੱਤਾ, ਮੈਂ ਆਪਣੇ ਆਪ ਨੂੰ ਤੇਰੇ ਪਰਾਂ ਦੇ ਥੱਲੇ ਛੁਪਾ ਦਿੱਤਾ। ਚਾਹੇ ਮੇਰੀ ਜ਼ਿੰਦਗੀ ਦੇ ਵਿੱਚ ਕੁਝ ਵੀ ਹੋਵੇ, ਤੂੰ ਪ੍ਰਭੂ ਆ, ਤੂੰ ਪ੍ਰਭੂ ਆ। ਇੱਕ ਐਸਾ ਆਦਮੀ ਜਿਹੜਾ ਕਾਤਲ ਆ, ਜਿਹੜਾ ਆਪਣੀ ਧਰਮ ਦੀ ਸ਼ਰ੍ਹਾ ਦੇ ਵਿੱਚ ਸੜਿਆ ਪਿਆ, ਜਿਸ ਨੂੰ ਪ੍ਰਭੂ ਨੇ ਉਹ ਦੋ ਘੋੜਿਆਂ ਦੇ ਉੱਤੇ ਚੜ੍ਹਿਆ ਸੀ। ਇੱਕ ਤਾਂ ਦੁਨਿਆਵੀ ਘੋੜੇ ਤੇ ਬੈਠ ਕੇ ਉਹ ਜਾ ਰਿਹਾ ਸੀ, ਲੇਕਿਨ ਇੱਕ ਉਹ ਆਪਣੀ ਸ਼ਰ੍ਹਾ ਦੇ ਘੋੜੇ ਉੱਤੇ ਵੀ ਚੜ੍ਹਿਆ ਸੀ, ਆਪਣੇ ਘਮੰਡ ਦੇ ਘੋੜੇ ਤੇ ਵੀ ਚੜ੍ਹਿਆ ਸੀ। ਪ੍ਰਭੂ ਨੇ ਉਸ ਨੂੰ ਉਹਨਾਂ ਸਾਰਿਆਂ ਤੋਂ ਥੱਲੇ ਸੁੱਟਿਆ। ਔਰ ਅੱਜ ਅਸੀਂ ਦੋ ਹਿੱਸਿਆਂ ਦੇ ਵਿੱਚ ਦੇਖਾਂਗੇ ਕਿ ਗਲਤੀਆਂ ਦੀ ਕਿਤਾਬ ਜਿੱਥੋਂ ਲਿਖੀ ਗਈ ਆ, ਜਿਸ ਇਲਾਕੇ ਨੂੰ ਪ੍ਰਭੂ ਗਲਤੀਆਂ ਦੀ ਉਹ ਪੁਸਤਕ ਲਿਖਦਾ ਪਿਆ, ਸੰਤ ਪੌਲ ਲਿਖਦਾ ਪਿਆ, ਪ੍ਰਭੂ ਨੇ ਉਸ ਇਲਾਕੇ ਦੀਆਂ ਚਰਚਾਂ ਦੇ ਵਿੱਚ ਇਸ ਬੰਦੇ ਤੋਂ ਕਿੱਦਾਂ ਕੰਮ ਲਿਆ। ਅਸੀਂ ਥੋੜੇ ਜਿਹਾ 2 ਚੈਪਟਰ ਦੇਖਾਂਗੇ ਪਹਿਲਾਂ, ਔਰ ਉਸ ਤੋਂ ਬਾਅਦ ਅਸੀਂ ਪ੍ਰਭੂ ਦੇ ਵਚਨ ਦੇ ਵਿੱਚੋਂ ਪੌਲ ਇਹਨੂੰ ਸੈੱਟ ਕਰ ਦੇਗਾ ਲਾਡੇ 2 ਚੈਪਟਰ 13 ਤੇ 14 ਬੁੱਕ ਆਫ ਐਕਟਸ। ਜਿੰਨੀ ਦੇਰ ਤੱਕ ਉਹ ਸੈੱਟ ਕਰਦੇ ਪਏ ਆ, ਆਓ ਮੇਰੇ ਨਾਲ ਵਚਨ ਦਾ ਇਹ ਹਿੱਸਾ ਦੇਖੋ। ਮੈਂ ਤੁਹਾਨੂੰ ਹਮੇਸ਼ਾ ਕੁਛ ਨਾ ਕੁਛ ਵਚਨ ਦੇ ਵਿੱਚੋਂ ਦਿੰਦਾ ਹੁੰਦਾ। ਉਹਦਾ ਕਾਰਨ ਇਹ ਆ ਕਿ ਸਾਨੂੰ ਇੱਕ ਚੀਜ਼ ਸਦਾ ਸਮਝਣੀ ਚਾਹੀਦੀ ਆ ਕਿ ਜਿਹੜੀ ਚੀਜ਼, ਕੁਛ ਇੱਕ ਚੀਜ਼ਾਂ ਐਸੀਆਂ ਆ ਜਿਹੜੀਆਂ ਵਚਨ ਦੇ ਵਿੱਚ ਲਿਖੀਆਂ ਨਹੀਂ ਹੈਗੀਆਂ, ਸਾਨੂੰ ਐਵੇਂ ਜਿਹੜੇ ਲੋਕ ਜਿਹੜੇ ਕੱਛਾਂ ਦੇ ਵਿੱਚ ਐਵੇਂ ਵਚਨ ਦੀਆਂ ਪੋਥੀਆਂ ਮਾਰ ਕੇ ਤੁਰੇ ਫਿਰਦੇ, ਉਹ ਆਪਣੇ ਕੋਲੋਂ ਦੱਸਦੇ ਆ। ਕਦੀ ਯਕੀਨ ਨਾ ਕਰੋ। ਮੇਰਾ ਜਨਮ ਸਿੱਖ ਘਰਾਣੇ ਦੇ ਵਿੱਚ ਹੋਇਆ। ਮੈਂ ਹਿੰਦੂ ਸਕੂਲਾਂ ਦੇ ਵਿੱਚ ਪੜ੍ਹਿਆ। ਉਸ ਤੋਂ ਬਾਅਦ ਮੇਰੀ ਜ਼ਿੰਦਗੀ ਦੇ ਵਿੱਚ ਐਸਾ ਇਨਸਾਨ ਵੀ ਆਇਆ ਜਿਸ ਤੋਂ ਮੈਨੂੰ ਕੁਰਾਨ ਦੀ ਵੀ ਸਿੱਖਿਆ ਮਿਲੀ ਆ।
ਔਰ ਮੈਂ ਐਸੀ ਚੀਜ਼ਾਂ ਦੇਖੀਆਂ ਹੈਗੀਆਂ ਕਿ ਬਹੁਤ ਸਾਰੇ ਲੋਕ ਆਪਣੇ ਕੋਲੋਂ ਮਨ ਘੜੰਤ ਕਥਾਵਾਂ ਬਣਾ ਕੇ ਬਹੁਤ ਦੱਸਦੇ ਆ। ਅਗਰ ਕੋਈ ਚੀਜ਼ ਜਿਹੜੀ ਲਿਖਤ ਵਿੱਚ ਨਹੀਂ ਲਿਖੀ ਹੋ, ਮਤ ਵਿਸ਼ਵਾਸ ਕਰੋ। ਉਹ ਸਾਨੂੰ ਨਹੀਂ ਦਿੱਤੀ ਗਈ, ਉਹ ਇਨਸਾਨ ਆਪਣੇ ਕੋਲੋਂ ਦੇ ਰਿਹਾ। ਜਿਹੜੀ ਚੀਜ਼ ਲਿਖਤ ਦੇ ਵਿੱਚ ਆ, ਹਮੇਸ਼ਾ ਉਸ ਦੇ ਉੱਤੇ ਵਿਸ਼ਵਾਸ ਕਰੋ। ਜਿਹੜੀਆਂ ਚੀਜ਼ਾਂ ਮੈਂ ਤੁਹਾਨੂੰ ਇੱਥੇ ਦਿੱਤੀਆਂ ਉਹ ਲਿਖਤ ਵਾਲੀਆਂ ਚੀਜ਼ਾਂ ਆ। ਜਿਸ ਲਈ ਅਸੀਂ ਗੁਰੂ ਗ੍ਰੰਥ ਸਾਹਿਬ ਦੇ 216 ਪੰਨੇ ਦੇ ਵਿੱਚ ਜਾਂਦੇ ਹਾਂ, ਉੱਥੇ ਪਰਮੇਸ਼ਵਰ ਦੇ ਦਰਸ਼ਨ ਦੇ ਬਾਰੇ ਦੱਸਿਆ ਗਿਆ ਕਿ ਜਦ ਇਨਸਾਨ ਨੂੰ ਪਰਮੇਸ਼ਵਰ ਦਾ ਦਰਸ਼ਨ ਪ੍ਰਾਪਤ ਹੁੰਦਾ ਤੇ ਉਹਦਾ ਕੀ ਅਰਥ ਆ। ਸੋ ਜਿਸ ਲਈ ਤੁਸੀਂ ਪਹਿਲੇ 2 ਪੰਨੇ ਦੇਖੋਗੇ, ਜਿਹੜਾ ਮੈਂ ਤੁਹਾਨੂੰ ਹੈਂਡ ਆਊਟਸ ਦਿੱਤੀ ਆ, ਉਹ ਪਰਮੇਸ਼ਵਰ ਦੇ ਦਰਸ਼ਨ ਦੇ ਬਾਰੇ ਆ। ਔਰ ਤੁਸੀਂ ਦੇਖੋਗੇ ਕਿ ਇਸ ਇਨਸਾਨ ਨੂੰ ਪ੍ਰਭੂ ਦਾ ਦਰਸ਼ਨ ਪ੍ਰਾਪਤ ਹੋਇਆ। ਔਰ ਬਿਲਕੁਲ ਤੁਸੀਂ ਦੇਖੋਗੇ ਕਿ ਜੋ ਇੱਥੇ ਲਿਖਿਆ ਉਹ ਬਿਲਕੁਲ ਇਸ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਹੋ ਰਿਹਾ, ਕਿਉਂਕਿ ਇਸ ਨੇ ਪਰਮੇਸ਼ਰ ਦਾ ਦਰਸ਼ਨ ਕੀਤਾ। ਸੋ ਆਓ ਇਸ ਹਿੱਸੇ ਨੂੰ ਦੇਖੀਏ ਔਰ ਫਿਰ ਇਸ ਤੋਂ ਬਾਅਦ ਅਸੀਂ ਪ੍ਰਭੂ ਦੇ ਵਚਨ ਦੇ ਵਿੱਚੋਂ ਦੇਖਾਂਗੇ, ਕਿਉਂਕਿ ਸਾਡੇ ਕੋਲ 2 ਚੈਪਟਰ ਪੜ੍ਹਨ ਦਾ ਸਮਾਂ ਤਾਂ ਨਹੀਂ ਹੋਣਾ। ਉਸ ਦੇ ਵਿੱਚੋਂ ਮੈਂ ਥੋੜ੍ਹਾ ਥੋੜ੍ਹਾ ਫਿਰ ਚੁਣੂੰਗਾ ਤੇ ਫਿਰ ਅਸੀਂ ਉਸ ਨੂੰ ਦੇਖਾਂਗੇ। ਲੈਟ ਅਸ ਨੰਬਰ 1, ਅਗਰ ਅਸੀਂ ਜਿਸ ਲਈ 13ਵਾਂ ਪਾਪ ਚੈਪਟਰ 13 ਤੁਹਾਡੇ ਮੂਹਰੇ ਪਿਆ, ਅਸੀਂ ਇਹ ਦੇਖਦੇ ਪਏ ਹਾਂ ਪ੍ਰਭੂ ਦੇ ਵਚਨ ਦੇ ਵਿੱਚੋਂ ਕਿ ਕਿਸ ਤਰ੍ਹਾਂ ਖੁਦਾਵੰਦ ਨੇ, ਪ੍ਰਭੂ ਯਿਸੂ ਨੇ ਇੱਕ ਬੰਦੇ ਨੂੰ ਚੁਣਿਆ ਜਿਹੜਾ ਉਹਦਿਆਂ ਲੋਕਾਂ ਨੂੰ ਸਤਾਉਂਦਾ ਪਿਆ, ਔਰ ਉਹਦੀ ਜ਼ਿੰਦਗੀ ਨੂੰ ਉਸਨੇ ਬਦਲ ਦਿੱਤਾ, ਉਸਦੀ ਜ਼ਿੰਦਗੀ ਨੂੰ ਉਸਨੇ ਚੇਂਜ ਕਰ ਦਿੱਤਾ। ਜਿਹੜਾ ਉੱਚੀਆਂ ਜਗ੍ਹਾਵਾਂ ਤੇ ਰਹਿਣ ਵਾਲਾ, ਉੱਚੇ ਅਹੁਦਿਆਂ ਦੇ ਉੱਤੇ ਬੈਠਣ ਵਾਲਾ ਇਨਸਾਨ ਆ, ਉਸ ਨੂੰ ਉਹ ਆਪਣੇ ਕੰਮ ਦੇ ਲਈ ਵਰਤਦਾ ਪਿਆ। ਉਸ ਨੂੰ ਉਹ ਉਹਨਾਂ ਜਗ੍ਹਾਵਾਂ ਦੇ ਉੱਤੇ ਲੈ ਕੇ ਜਾ ਰਿਹਾ ਜਿੱਥੇ ਉਸ ਨੂੰ ਕੋਈ ਕਬੂਲ ਨਹੀਂ ਕਰਦਾ ਪਿਆ। ਕਿਹੜੀ ਚੀਜ਼ ਉਸ ਦੇ ਅੰਦਰ ਪ੍ਰਭੂ ਯਿਸੂ ਨੇ ਪਾ ਦਿੱਤੀ ਆ ਕਿ ਉਹਦੀ ਜ਼ਿੰਦਗੀ ਦੇ ਵਿੱਚ ਇਹ ਚੇਂਜ ਆ ਗਈ ਆ। ਉਸ ਦੀ ਜ਼ਿੰਦਗੀ ਦੇ ਵਿੱਚ ਕਿਹੜੀ ਚੇਂਜ, ਕਿਹੜੀ ਆਤਮਾ ਪ੍ਰਭੂ ਨੇ ਪਾਈ ਆ। ਇਸੇ ਇਹ ਨਹੀਂ ਕਿ ਅਸੀਂ ਕ੍ਰਿਸਚਨ ਆ, ਅਸੀਂ ਪ੍ਰਭੂ ਯਿਸੂ ਮਸੀਹ ਦੇ ਵਿੱਚ ਵਿਸ਼ਵਾਸ ਕਰਦੇ ਹਾਂ। ਸਵਾਲ ਇਹ ਨਹੀਂ ਹੈਗਾ। ਸਵਾਲ ਇਹ ਹੈਗਾ ਕਿ ਸਾਡੇ ਕੋਲੋਂ ਪ੍ਰਭੂ ਕੰਮ ਕਿਹੜਾ ਲੈ ਰਿਹਾ। ਕੀ ਉਹ ਸਾਡੇ ਰਾਹੀਂ ਵਚਨ ਨੂੰ ਅੱਗੇ, 2 ਹੀ ਕੰਮ ਹੋ ਰਹੇ ਹੁੰਦੇ ਆ, ਜਾਂ ਉਹ ਸਾਡੇ ਰਾਹੀਂ ਆਪਣਾ ਵਚਨ ਨੂੰ ਅੱਗੇ ਲੈ ਕੇ ਜਾ ਰਿਹਾ ਹੁੰਦਾ, ਜਾਂ ਅਸੀਂ ਵਚਨ ਦੇ ਰਸਤੇ 'ਚ ਰੁਕਾਵਟ ਹੁੰਦੇ ਹਾਂ। ਦੱਸ, ਪ੍ਰਭੂ ਦੇ ਵਚਨ ਦੇ ਵਿੱਚ ਕੋਈ ਮੀਡੀਅਮ ਗਰਾਊਂਡ ਨਹੀਂ ਹੈਗੀ। ਜਦੋਂ ਕਹਿੰਦੇ there is no gray area, it's either a white or black, ਦੋਨਾਂ ਚੋਂ ਇੱਕ ਆ, ਜਾਂ ਚਾਨਣ ਆ ਜਾਂ ਹਨੇਰਾ ਆ। ਔਰ ਇਹ ਹੈ ਕਿ ਮੈਂ ਆਪਣੀ ਜ਼ਿੰਦਗੀ ਨੂੰ ਪ੍ਰਭੂ ਦੇ ਹੱਥਾਂ ਦੇ ਵਿੱਚ ਦਿੰਦਾ ਪਿਆ ਕਿ ਮੈਨੂੰ ਵਰਤੇ, ਮੈਨੂੰ ਉਹ ਯੂਜ਼ ਕਰੇ। ਅਗਰ ਪ੍ਰਭੂ ਇੱਕ ਕਾਤਲ ਨੂੰ ਲੈ ਕੇ ਵਰਤ ਸਕਦਾ ਤੇ ਉਹ ਸਾਨੂੰ ਕਿਉਂ ਨਹੀਂ ਵਰਤ ਸਕਦਾ। ਉਸਨੇ ਗਾਲ ਦੇ ਇਲਾਕੇ ਦੇ ਵਿੱਚ, ਜਿਸ ਤਰ੍ਹਾਂ ਕਿ ਇਹ ਥੋੜ੍ਹੇ ਜਿਹੇ ਸ਼ਹਿਰਾਂ ਦਾ, ਜਿਸ ਅਸੀਂ ਪੰਜਾਬ ਦੇ ਵਿੱਚ ਕਹਿ ਦਈਏ ਜੀ ਸਾਡਾ ਮਾਝੇ ਦਾ ਇਲਾਕਾ, ਮਾਲਵੇ ਦਾ ਇਲਾਕਾ, ਦੁਆਬੇ ਦਾ ਇਲਾਕਾ, ਗਾਲ ਇਸ ਤਰ੍ਹਾਂ ਇੱਕ ਇਲਾਕਾ ਸੀ। ਉਸ ਇਲਾਕੇ ਦੀਆਂ ਸ਼ਹਿਰਾਂ ਦੇ ਵਿੱਚ ਪ੍ਰਭੂ ਇਸ ਬੰਦੇ ਤੋਂ ਕੰਮ ਲੈ ਰਿਹਾ। ਔਰ ਅਸੀਂ ਵਚਨ ਦੇ ਵਿੱਚ ਦੇਖਦੇ ਪਏ ਹਾਂ ਕਿ ਕਿਸ ਤਰ੍ਹਾਂ ਉਹ, ਅਗਰ ਅਸੀਂ ਦੇਖੀਏ ਧਿਆਨ ਦੇ ਨਾਲ, ਮੇਰੇ ਨਾਲ ਤੁਸੀਂ 13ਵਾਂ ਪਾਪ ਉਸ ਦੀ 4ਥੀ ਆਇਤ ਤੋਂ ਦੇਖੋ, ਔਰ
ਅਜੀਬ ਚੀਜ਼ ਤੁਸੀਂ ਬੜੇ ਧਿਆਨ ਦੇ ਨਾਲ ਦੇਖਿਓ ਕਿ ਇੱਕ ਇਨਸਾਨ ਆਪਣੇ ਆਪ ਗਿਆ ਹੁੰਦਾ, ਇੱਕ ਪ੍ਰਭੂ ਦਾ ਘੱਲਿਆ ਗਿਆ ਹੁੰਦਾ। ਦੇਖੋ ਵਚਨ 'ਚ ਲਿਖਿਆ 34, ਬਾਰਨਬਾਸ ਅਤੇ ਸਾਊਲ ਪਵਿੱਤਰ ਆਤਮਾ ਦੇ ਘੱਲੇ ਹੋਏ। ਪਵਿੱਤਰ ਆਤਮਾ ਦੇ ਘੱਲੇ ਹੋਏ ਸਲੂਕੀਆ ਪਹੁੰਚੇ। ਉੱਥੋਂ ਉਹ ਜਹਾਜ਼ ਤੇ ਚੜ੍ਹ ਕੇ ਕੁਰਪਸ ਵੱਲ ਗਏ ਅਤੇ ਸਲਮੀਸ ਦੇ ਵਿੱਚ ਜਾ ਕੇ ਯਹੂਦੀਆਂ ਦੇ ਪ੍ਰਾਰਥਨਾ ਘਰਾਂ ਦੇ ਵਿੱਚ ਪਰਮੇਸ਼ਵਰ ਦਾ ਵਚਨ ਸੁਣਾਇਆ। ਯੂਹੰਨਾ ਉਹਨਾਂ ਦਾ ਮਦਦਗਾਰ ਸੀ। ਪੂਰੇ ਟਾਪੂ ਦੀ ਯਾਤਰਾ ਕਰਕੇ ਉਹ ਪਾਫਸ ਪਹੁੰਚੇ। ਉੱਥੇ ਉਹਨਾਂ ਦੀ ਮੁਲਾਕਾਤ ਇੱਕ ਬਾਰ ਯਸੂ ਨਾਂ ਦੇ ਜਾਦੂਗਰ ਦੇ ਨਾਲ ਹੋਈ। ਉਹ ਇੱਕ ਯਹੂਦੀ ਸੀ, ਆਪਣੇ ਆਪ ਨੂੰ ਨਬੀ ਕਹਿੰਦਾ ਸੀ, ਯਾਨੀ ਕਿ ਸੈਲਫ ਅਪੁਆਇੰਟਡ। ਜਿੱਦਾਂ ਅੱਜ ਕੱਲ੍ਹ ਬਹੁਤ ਆਪਣੇ ਆਪ ਦੇ ਵਿੱਚ ਸੰਤ ਬਣ ਗਏ ਆ, ਉਹ ਉਸ ਇਲਾਕੇ ਦਾ ਸੰਤ ਬਣਿਆ ਸੀ। ਉਹ ਰਾਜਪਾਲ ਉਸ ਦੇ ਪਾਲੂਸ ਦੇ ਨਾਲ ਰਹਿੰਦਾ ਸੀ। ਰਾਜਪਾਲ ਇੱਕ ਸਮਝਦਾਰ ਆਦਮੀ ਸੀ। ਉਸਨੇ ਬਾਰਨਬਾਸ ਅਤੇ ਸਾਊਲ ਨੂੰ ਸੱਦ ਕੇ ਪਰਮੇਸ਼ਰ ਦਾ ਵਚਨ ਸੁਣਨ ਦੀ ਇੱਛਾ ਪ੍ਰਗਟ ਕੀਤੀ। ਪਰ ਏਲੀਮਸ ਜਾਦੂਗਰ, ਜੋ ਉਸ ਦੇ ਨਾਂ ਦਾ ਅਰਥ ਹੈ, ਉਹਨਾਂ ਦਾ ਵਿਰੋਧ ਕੀਤਾ ਅਤੇ ਰਾਜਪਾਲ ਨੂੰ ਵਿਸ਼ਵਾਸ ਕਰਨ ਤੋਂ ਰੋਕਣਾ ਚਾਹਿਆ। ਇਸ 'ਤੇ ਸਾਊਲ, ਜੋ ਪੌਲੁਸ ਵੀ ਅਖਵਾਉਂਦਾ ਹੈ, ਪਵਿੱਤਰ ਆਤਮਾ ਦੇ ਨਾਲ ਭਰਪੂਰ ਹੋ ਕੇ ਉਸ ਦੇ ਵੱਲ ਬੜੇ ਧਿਆਨ ਦੇ ਨਾਲ ਦੇਖਦੇ ਹੋਏ ਉਸ ਨੂੰ ਕਿਹਾ, ਹੇ ਸਭ ਕਪਟ ਅਤੇ ਬੁਰਾਈਆਂ ਦੀ ਜੜ, ਸ਼ੈਤਾਨ ਦੀ ਸੰਤਾਨ, ਸਾਰੀ ਧਾਰਮਿਕਤਾ ਦੇ ਵੈਰੀ, ਕੀ ਤੂੰ ਪਰਮੇਸ਼ਰ ਦੇ ਸਿੱਧੇ ਰਾਹਾਂ ਨੂੰ ਗੁੰਝਲਦਾਰ ਬਣਾਉਣ ਤੋਂ ਨਹੀਂ ਰੁਕੇਗਾ? ਐਂਡ ਦੈਟਸ ਦ ਗਿਫਟ ਆਫ ਦੇਅਰ ਮੈਨ। ਤੁਸੀਂ ਇਹ ਜਿੰਨੇ ਵੀ ਇਹ ਸੰਤ ਦੁਨੀਆ ਦੇ ਵਿੱਚ ਇਹ ਤੁਰੇ ਫਿਰਦੇ ਨਾ ਇਸ ਵੇਲੇ, ਤੁਸੀਂ ਕਦੀ ਉਹਨਾਂ ਤੋਂ ਕੋਈ ਸਵਾਲ ਪੁੱਛ ਕੇ ਦੇਖਿਓ, ਉਹਨਾਂ ਨੇ ਜਵਾਬ ਤੁਹਾਨੂੰ ਇੱਦਾਂ ਦੇਣਾ ਕਿ ਤੁਹਾਡੇ ਪੱਲੇ ਤਾਂ ਕੱਖ ਵੀ ਨਹੀਂ ਪੈਣਾ। ਤੁਸੀਂ ਕਹਿਣਾ ਬੜਾ ਡੂੰਘਾ ਬੰਦਾ ਬਈ, ਬੜਾ ਗਹਿਰਾ ਆਦਮੀ ਆ, ਇਹਨੂੰ ਤਾਂ ਨੌਲੇਜ ਹੀ ਬੜੀ ਆ। ਪਰਮੇਸ਼ਰ ਇੱਦਾਂ ਕੰਮ ਨਹੀਂ ਕਰਦਾ। ਉਹ ਕਦੀ ਵੀ ਕਿਸੇ ਇਨਸਾਨ ਦੀਆਂ ਗਹਿਰਾਈਆਂ ਦਿਖਾ ਕੇ ਸਾਨੂੰ ਆਪਣਾ ਆਪ ਨਹੀਂ ਦਿਖਾਉਂਦਾ। ਪਰਮੇਸ਼ਵਰ ਦਾ ਸਭ ਤੋਂ ਵੱਡਾ ਗਿਫਟ ਇਹ ਆ ਕਿ ਇਨਸਾਨ ਜਿੱਦਾਂ ਦੀ ਹਾਲਤ ਦੇ ਵਿੱਚ ਹੋਵੇ, ਜਿੱਦਾਂ ਦੀ ਵੀ ਉਸਦੀ ਸਮਝ ਹੋਵੇ, ਉਸ ਦੇ ਵਿੱਚ ਉਸੇ ਅਨੁਸਾਰ ਆਪਣੇ ਆਪ ਨੂੰ ਢਾਲ ਕੇ ਉਹਦੀ ਨਜ਼ਦੀਕੀ ਚਾਹੁੰਦਾ। ਸਮਝਦਾਰ ਤੋਂ ਸਮਝਦਾਰ ਆਦਮੀ ਕਦੀ ਇਹ ਨਹੀਂ ਕਹਿ ਸਕਦਾ ਕਿ ਮੈਨੂੰ ਸਾਰੀ ਸਮਝ ਆ ਗਈ ਆ, ਔਰ ਮੇਰੇ ਵਰਗਾ ਬੇਵਕੂਫ ਇਹ ਨਹੀਂ ਕਹਿ ਸਕਦਾ ਕਿ ਮੈਨੂੰ ਕੁਛ ਵੀ ਸਮਝ ਨਹੀਂ ਆਇਆ ਪ੍ਰਭੂ ਦੇ ਬਾਰੇ। ਜਿੱਦਾਂ ਦਾ ਹੈ ਇਨਸਾਨ, ਉਸ ਹਿਸਾਬ ਦੇ ਨਾਲ ਜਿੱਦਾਂ ਦਾ ਉਸਨੇ ਉਸ ਨੂੰ ਬਣਾਇਆ, ਇਨਸਾਨ ਨੇ ਆਪਣੇ ਆਪ ਨੂੰ ਨਹੀਂ ਬਣਾਇਆ। ਜਿੱਦਾਂ ਦਾ ਉਸਨੇ ਉਸ ਨੂੰ ਬਣਾਇਆ, ਉਹ ਉੱਦਾਂ ਦਾ ਹੋ ਕੇ ਉਸ ਦੇ ਲਾਗੇ ਆ ਕੇ ਬੈਠਣਾ ਮੰਗਦਾ। ਇਹ ਇਨਸਾਨ ਦੀ ਆਪਣੀ ਜ਼ਿੰਮੇਵਾਰੀ ਕਿ ਪ੍ਰਭੂ ਨੂੰ ਲਾਗੇ ਬੈਠਣ ਦੇਵੇ ਕਿ ਨਾ ਦੇਵੇ। ਇਹ ਸਾਡੀ ਆਪਣੀ ਜ਼ਿੰਮੇਵਾਰੀ ਹੈ। ਲੇਕਿਨ ਇਹ ਯਾਦ ਰੱਖੋ ਕਿ ਪ੍ਰਭੂ ਹਰ ਇਨਸਾਨ ਨੂੰ ਆਪਣੀ ਵੱਡੀਆਂ ਬਰਕਤਾਂ ਦੇ ਲਈ ਵਰਤਣਾ ਮੰਗਦਾ। ਪੌਲ ਜੋ ਇੱਕ ਕਾਤਲ ਆ, ਜੋ ਉਸ ਦੀ ਕਲੀਸਿਆ ਨੂੰ ਸਤਾਉਣ ਵਾਲਾ ਆ, ਉਸ ਨੂੰ ਲੈ ਕੇ ਉਸ ਦੀ ਉਹ ਜ਼ਿੰਦਗੀ ਬਦਲ ਕੇ ਅੱਜ ਉਸ ਤੋਂ ਕੰਮ ਲੈ ਰਿਹਾ। ਜਿਸ ਨੇ ਕਦੀ 10 ਕਦਮ ਪੈਦਲ ਤੁਰ ਕੇ ਨਹੀਂ ਦੇਖਿਆ ਹੋਣਾ, ਜਿਹੜਾ ਹਮੇਸ਼ਾ ਘੋੜਿਆਂ ਤੇ ਰੱਥਾਂ ਤੇ ਜਾਂਦਾ ਸੀ, ਅੱਜ ਉਹ ਪੈਦਲ ਧੱਕੇ ਖਾਂਦਾ ਫਿਰਦਾ ਪ੍ਰਭੂ ਦਾ ਵਚਨ ਲੈ ਕੇ। ਕੀ ਉਸ ਨੂੰ ਦਰਸ਼ਨ ਹੋ ਗਿਆ? ਕੀ ਉਸਨੇ ਪ੍ਰਭੂ ਨੇ ਉਸ ਦੇ ਅੰਦਰ ਕਰ ਦਿੱਤਾ? ਔਰ ਅਸੀਂ ਦੇਖਦੇ ਹਾਂ ਕਿ ਉਹ ਜਿਹੜਾ ਇਨਸਾਨ ਸੀ, ਪ੍ਰਭੂ ਨੇ ਉਸ ਦੀਆਂ ਅੱਖਾਂ ਬੰਦ ਕਰ ਦਿੱਤੀਆਂ। ਉਹ ਜਿਹੜਾ ਝੂਠਾ ਸੰਤ ਸੀ, ਟਟੋਲਦਾ ਫਿਰਦਾ ਅੰਨਾ ਹੋ ਗਿਆ, ਉਸ ਨੂੰ ਕੁਛ ਦਿਖਾਈ ਨਹੀਂ ਦੇ ਰਿਹਾ। ਪਰ ਰਾਜਪਾਲ ਜਿਹੜਾ ਪ੍ਰਭੂ ਦਾ ਵਚਨ ਨੂੰ ਸੁਣਨਾ ਮੰਗਦਾ, ਉਹਦੇ
तक प्रभु की किरपा का दान पहुँच गया। सो आने वाले दिनों के विच जिहड़ा असीं खत इस चर्च दे विच पढ़ांगे, गलतियां दा जिहड़ा असीं हिस्सा देखांगे, जिहड़ी वो चिट्ठी जा रही आ, संत पौल जेल च बैठा वो चिट्ठी लिखदा पिया, उन्होंने जेल दे विच सुट दिता गया, रोम की जेल दे विच बैठ के इस इलाके नूं चिट्ठी लिखदा पिया आ। वो जिहड़ी उसने चिट्ठी लिखी आ, वो उसने इस राजपाल नूं लिखी आ जिन्हें प्रभु ते विश्वास किया। प्रभु के वचन च असीं अगे देखते हैं, जिसलिए असीं 13वीं आयत दे विच देखते हैं, वचन च लिखा कि पालुस अते उसके साथी पाफुस दा इलाके तो समुंदरी जहाज द्वारा परगा दे विच आए, जो प्रमफुलिया दा एक नगर है, पर यूहन्ना नूं उन्हां ने उत्थे ही छड्ड के वापस यरूशलेम चला गया। फिर वो परगा तो चल के अंतकिया ते पिसदिया विच है आए अते सबत दे दिन जाके प्रार्थना घरां दे विच बैठ गए। नेम शास्त्र अते नबियां दीयां पुस्तकां तो पढ़न तो पिछों प्रार्थना घर दे अधिकारियां ने उन्हां नूं सुनेहा घल्लिया, भरावो जेकर तुहाडे कोल उत्साह दे लई कुछ तुसीं कहना चाहुंदे हो ते कहो। क्योंकि उन्हां दा पहरावा यहूदियां वर्गा सी, उन्हां नूं पता लग गया कि ये यरूशलेम तो आए आ। तो उन्होंने ये कहा, उन्होंने यह कहा कि कोई गल नहीं, ये यहूदी होने आ। तो उन्होंने कहा कि जे अगर तुहाडे कोल कोई प्रभु का शब्द है, जिस तरह कि असीं इत्थे अपनी सर्विस अज शुरू की, असीं सब तो पहला प्रभु के वचन दे विचों प्रभु का वचन देखिया, ठीक। उस तो बाद असीं देखिया, असीं प्रभु की भजन बंदगी की, असीं फिर उस तो बाद शुक्रगुजारी की। फिर असीं अगर कोई बंदा बाहरों प्रभु का आया हुंदा ते असीं उस नूं कहना सीगा कि की प्रभु का कोई शब्द तेरे कोल है भाई, साडे नाल शेयर कर। तो जिसलिए उन्होंने बैठे देखा तो उन्होंने कहा कि प्रभु का अगर तुहाडे कोल कोई सुनेहा है तो उसनूं शेयर करो। उसने प्रभु का वचन उन्होंने सुनाया कि पहला अब्राहम नूं प्रभु ने चुनिया, अब्राहम तो बाद उसने दाऊद नूं चुनिया, दाऊद तो बाद फिर प्रभु यसू साडे विच आए। और उन्होंने आके अगर तुसीं इसे ही चैप्टर दी 42वें भाव दे विच आ जाओ, चैप्टर दी 42वीं आयत 7वां पन्ना अगर तुसी देखो तो उत्थे वचन दे विच इस तरह लिखा कि कुछ लोग जिसले उठ के चले गए। 42 आयत तो इदां चलदा पिया, जदों पौलुस अते बारनाबस प्रार्थना घर नूं छड्ड रहे सन ते लोकां ने उन्हां दे अगे बेनती कीती अगले सबत नूं इह गल्लां उन्हां नूं फिर सुणाउण। फिर जदों सभा खत्म हो गई तो बहुत सारे यहूदी अते नव यहूदी श्रद्धालु पौलुस बारनाबास दे पिछे गए। उन्हां दोहां ने लोकां दे नाल गल्लां कीतियां, उन्हां नूं उत्साह दिता ते प्रभु दी किरपा ते भरोसा रखो। अगले सबत नूं लगभग सारा शहर परमेश्वर दा वचन सुनन दे वास्ते इकट्ठा हो गया। जदों यहूदियां ने इस भीड़ नूं देखिया ते वो ईरखा दे नाल भर गए अते पौलुस दी निंदा करके वो उन्हां दा विरोध करन लगे। इस ते पौलुस अते बारनाबस ने निडर होके कहा, ये जरूरी सी, ਇਹ ਜ਼ਰੂਰੀ ਸੀ ਕਿ ਪਰਮੇਸ਼ਰ ਦਾ ਵਚਨ ਪਹਿਲਾਂ ਤੁਹਾਨੂੰ ਸੁਣਾਇਆ ਜਾਵੇ, ਪਰ ਜਦੋਂ ਤੁਸੀਂ ਉਸ ਨੂੰ ਰੱਦਦੇ ਹੋ ਅਤੇ ਆਪਣੇ ਆਪ ਨੂੰ ਅਨੰਤ ਜੀਵਨ ਦੇ ਯੋਗ ਨਹੀਂ ਸਮਝਦੇ ਹੋ ਤਾਂ ਅਸੀਂ ਪਰਾਈਆਂ ਕੌਮਾਂ ਦੇ ਵੱਲ ਫਿਰਦੇ ਹਾਂ, ਕਿਉਂਕਿ ਪ੍ਰਭੂ ਨੇ ਸਾਨੂੰ ਇਹ ਆਗਿਆ ਦਿੱਤੀ ਹੈ, ਮੈਂ ਤੁਹਾਨੂੰ ਦੂਜੀਆਂ ਕੌਮਾਂ ਦੇ ਲਈ ਚਾਨਣ ਨਿਯੁਕਤ ਕੀਤਾ ਹੈ ਅਤੇ ਤੁਸੀਂ ਧਰਤੀ ਦੀਆਂ ਅੰਤਮ ਹੱਦਾਂ ਤੱਕ ਮੁਕਤੀ ਦਾ ਸੰਦੇਸ਼ ਦਿਓ। Did you see that? एक कातल नूं लैके उसने नियुक्ति कीती आ कि वो परमेश्वर दे चानण दा संदेश लैके जावे। क्रिश्चियनिटी प्रभु दा मसीहत कोई क्लब नहीं गा कि असी शाम नूं इकट्ठे होके पार्टीबाजी करिए जां असी शाम नूं इकट्ठे होके एक जगह ओहो ही 70 साल तो बाइबल स्टडियां ही करते रहिए। ये एक नवा जीवन आ, ये एक नवी आग आ।
संत पौल की किसी ने बाइबल स्टडी नहीं करवाई। असी पिछले हफ्ते देखा किसी ने उसकी बाइबल स्टडी नहीं करवाई। और कहता जद मैं प्रभु दी किरपा दे विच आया तो मैं उन्हां कोल नहीं गया जो अपने आप नूं मसीहत दा थंम खवाउंदे सन, पर मैं 3 साल माउंट जड़ा सनाई दा पहाड़ आ उहदे ते चला गया ते परमेश्वर ने आप मैनू सिखाया। जिन्ना प्रभु की किरपा का प्रचार संत पौलुस ने किया उन्हां चेलियां ने नहीं किया। उन्हां दीयां लिखतां पढ़ के देख लो। क्यों? क्योंकि प्रभु ने उसनूं आप सिखाया। प्रभु ने उसके अंदर एक ऐसी चीज पाती, एक ऐसी अग पा दी कि जिसनूं वो लैके बैठ नहीं सकता सी। और वचन दे विच असीं कहने आ देखिया उसने क्या कि ठीक आ, कदी ਉਹਦੇ 'ਚ ਇੰਨੀ ਹਿੰਮਤ ਨਹੀਂ ਸੀ ਉਸ ਤੋਂ ਪਹਿਲਾਂ ਕਿ ਉਹ ਦੂਜੀ ਕੌਮ ਦੇ ਬੰਦੇ, ਜਿੱਦਾਂ ਜਾਤ ਪਾਤ ਦਾ ਸਿਸਟਮ ਸਾਡੇ ਚੱਲਦਾ, ਇਦਾਂ ਹੀ ਜਾਤ ਪਾਤ ਦਾ ਸਿਸਟਮ ਯਹੂਦੀਆਂ ਦੇ ਵਿੱਚ ਸੀ। ਉੱਚੀਆਂ ਜਾਤਾਂ, ਨੀਵੀਆਂ ਜਾਤਾਂ, ਦੂਸਰੀਆਂ ਜਾਤਾਂ, ਇਹ ਜਾਤ ਪਾਤ ਦਾ ਸਿਸਟਮ ਬਹੁਤ ਸੀ ਉੱਥੇ। ਯਹੂਦੀ कदी भी दूसरी कौम के बंदे दे नाल बैठ के खांदे नहीं सी। सारा दिन बिजनेस जरूर करते सी उन्हां दे नाल, पर शाम का खाना नहीं सी कदी भी बैठ के उन्हां नाल खांदे सी। अगर यहूदी मंदिर नूं जा रहा और दूजी कौम का बंदा उस ही रस्ते ते जा रहा, अगर उहदा परछावां भी उह ते पै जांदा सी तो वापस मुड़ जांदा सी, घर जाके नहा के कपड़े सुट के होर कपड़े पा के फिर जांदा सी मंदिर नूं। इन्नी नफरत करते सी। अज ओही बंदा कहता कि अगर अपने भरावां नूं कहंदा अगर तुसीं नहीं सुनना मंगदे ना सुनो। ये परमेश्वर दा जड़ी परमेश्वर दी जड़ी रोशनी आ, ये सिर्फ तुहाडे लई नहीं दित्ती गई। और इत्थे आके असीं चर्च नूं इस हिस्से दे विच आके असीं चर्च नूं बदलदा देखदे पए। चर्च एकदम बदलती पई आ। इत्थों शुरुआत होई आ कि प्रभु का वचन दूजियां कौमां दे विच, दूजियां जातां दे विच जाना शुरू हो गया। और अज दुनिया दीयां हद्दां ते जिहड़ा प्रभु का वचन पहुंचाया वो इस कारण पहुंचाया। कहंदा इस तरह प्रभु का वचन सारे इलाके दे विच फैल गया। पर यहूदियां ने अते प्रभावशाली यहूदी औरतां अते नगर के नेतावां नूं भड़काया अते पौलुस अते बरनबास दे विरुद्ध दंगा करके उन्हां नूं अपनियां हद्दां तो बाहर कढ़ दिता। वो दोवें उन्हां दे विरुद्ध अपने पैरां दा घट्टा झाड़ के इकनोमियस दे विच चले गए अते वो दूजे पासे चले आनंद अते पवित्र आत्मा दे नाल भरपूर से। कैन यू बिलीव इट? जिन्हां ने प्रभु का वचन नहीं सुनिया, जिहड़े नहीं सुनना मंगते, उन्होंने अंदरों रिझदे पे, तौड़ी वांगू रिझदे पे, रिझदे ही रह गए। पर जिन्हां ने उत्थे प्रभु के वचन नूं कबूल किया और अपनी जिंदगी दे विच लै लिया, प्रभु का आत्मा दे नाल वो भरपूर आ और प्रभु के आनंद दे नाल भरपूर। और उस तो बाद वो दोने इकोनियम के इलाके दे विच उन्होंने प्रचार किया और उस तो बाद वो लुस्त्रा के इलाके दे विच गए। और 14वां भाव उसकी 8वीं आयत नूं देखो ध्यान दे नाल। लुस्त्रा दे विच एक आदमी पैरां दे विच बल ना होण कारण बैठा होया सी। वो जन्म तो लंगा सी अते कदी तुरिया नहीं सी। और पौलुस का वचन सुन रहा सी अते पौलुस ने उसदे वल नीज ला के देखा, ये जानते हुए कि उसदे विच ठीक होने का योग विश्वास है। उसनूं उच्ची आवाज़ दे नाल क्या अपने पैरों ते सीधा खड़ा हो जा। उछल पिया अते तुरन लगा। पौलुस का यह काम देख के भीड़ लुकानिया भाषा दे विच उच्ची आवाज़ दे नाल कहण लगी, देवता लोक मनुख दा रूप धार के साडे विच आए हन। बेचारिਆਂ ਨੂੰ ਇੰਨਾ ਕੀ पता है, इस तो ज़्यादा नहीं उन्होंने पता। देवी देवतिਆਂ ਨੂੰ पूजन वाले लोग आ, ਇੰਨਾ ਕੀ ਉਹਨਾਂ ਨੂੰ ਗਿਆਨ।
उन्होंने जिस वेले अपनी कौम का बंदा ठीक हुंदा देखिया तो उन्होंने कहा देवता लोग साडे विच आ गए। असीं ये चीज़ां हुंदियां पहलां कदी नहीं देखियां। उन्होंने बारनबास नूं जीयस देवता कहा अते पौलुस नूं हिरमेस देवता। पौलुस प्रमुख बोलण वाला सी अते जीयस देवता दा पुजारी भी जिसदा मंदिर शहर दे सामने सी भीड़ दे नाल मिल के बलद अते फुल्लां दा हार फाटक दे उत्ते लिआया। वो बलिदान करना चाहुंदे सन, पर जदों प्रमुख चेलियां अर्थात बारनबास अते पौलुस ने यह सुनिया तो उन्होंने अपने कपड़े पाड़ सुटे अते भीड़ दे विच कुद पए अते उच्ची आवाज़ दे नाल पुकार के कहण लगे, तुसीं लोकी ये की कर रहे हो? असीं भी तुहाडे वर्गे दुख सुख भोगी मनुख हाँ। असीं तुहानूं शुभ समाचार दिंदे हाँ अते इन्हां व्यर्थ चीज़ां तो मूँह मोड़ो अते जिउंदे परमेश्वर ते विश्वास करो जो आकाश अते धरती अते समुंदर अते जो कुछ उस विच है सब बनाउण वाला है। किस नूं ये चीज़ खट्टी लगदी सी? किहनूं ये खट्टा लगदा सीगा कि वह मंदिर दे विच उन्हां दोनां नूं उत्थे बिठाया जावे? लोग तां लभदे फिरदे भी सानूं कोई बाबा जी कवे, सानूं कोई संत जी कवे। जिन्हां दे पल्ले भी कख नहीं, वो भी अपने आप नूं संत बना के इस दुनिया दे विच बैठे हो आ। वो जिन्हां ने उन्हां दे सामने एडा वड्डा चमत्कार जिहड़ा होया, प्रभु यीशु दा चमत्कार होया, वो उन्हां नूं कह रहे तुसीं आह की करदे पए आ? असी तुहाडे वर्गे मनुख हाँ, असी दुख सुख भोगी मनुख हाँ, असी देवते नहीं गे। ये तो परमेश्वर दे शुभ समाचार करके होया जिहड़ा जिसका प्रचार तुहाडे विच कीता गया और इस इंसान ने स्वीकार किया। जद वो प्रचार करते पे सी उस दुखी इंसान ने जिहड़ा जन्म तो लंघा सी, उसने जद पौलुस दीयां गल्लां नूं सुनिया ते प्रभु ने उहदे दिल दे विच विश्वास पैदा कर दिता कि मेरे लिए कुछ हो सकता। ये लोग जो कह रहे हैं मेरे लिए कुछ हो सकता, इस घर तो मैनूं कुछ मिल सकता। और जिसले संत पौल ने वो विश्वास उस इंसान दे अंदर देखा तो उसनूं कहा कि अपनियां लत्तां ते खड़ा हो जा। वो खड़ा हो गया। लेकिन मंदिर के पुजारी ने देखा कि पैसे बनाने का वेला आ गया, चढ़ावा चढ़न का वेला आ गया और उन्होंने दोनों नूं देवते बनाना मंगता। और उसने कहा असीं देवते नहीं, असीं तुहाडे वर्गे मनुख हाँ। सिर्फ फर्क इन्ना कि प्रभु का शुभ समाचार लैके आए हैं और प्रभु का वचन दे विच लिखिया आ कि जद प्रभु के शुभ समाचार का प्रचार किया जाता ते प्रभु दे काम उत्थे हुंदे आ। तुसीं ये लोग की कर रहे हो? असीं तां तुहाडे वर्गे दुख सुख भोगी मनुख हाँ। असीं तुहानूं शुभ समाचार दिंदे हाँ अते इन्हां व्यर्थ चीज़ां तो मूँह मोड़ो अते जिउंदे परमेश्वर ते विश्वास करो जो आकाश धरती ते समुंदर जो कुछ उस विच है सब नूं बनाउण वाला है। उसने भूतकाल दे विच सारियां कौमां नूं अपने राह ते चलण दिता पर अपनी होंद बारे सबूत दिंदा रहा। वो आकाश तो मींह फलदार रुत्तां दिंदा है, वो तुहानूं भोजन दे नाल रजाउंदा है अते तुहाडी मनां दे विच खुशी प्रदान करदा है। ये कह चुकण दे पिछों उन्होंने बड़ी कठिनाई दे नाल भीड़ नूं बलिदान करन तो रोकिया। पर अंत क्या ते कोनियमस दे विच यहूदी आ गए। उन्होंने लोकां नूं अपने वल करके पौलुस दे उत्ते पथराव कीता अते उसनूं मरिया होया समझ के शहर तो बाहर खिंच के लै गए। मंदिर के पंडित जी ने देखा कि यह तो किसी काम दे नहीं, इन्हां तो नहीं पैसे बनने। इस तो पहला कि लोग साडे मंदिर दे विच आउणा बंद कर देण, इन्हां दी गल सुननी बंद शुरू कर देण, उन्हां दे उत्ते पथराव कीता। पथराव करके तो उन्हां नूं शहर तो बाहर कढ दिता। इसी इंसान परमेश्वर नूं अपने डब्बे दे विच बंद करना मंगदा, अपनी समझ दे डब्बे च बंद करना मंगदा।
ਅਗਰ ਪਰਮੇਸ਼ਵਰ ਇੰਨਾ ਛੋਟਾ ਹੋ, ਅਗਰ ਪਰਮੇਸ਼ਵਰ ਮੇਰੇ ਸਿਰ ਦੇ ਵਿੱਚ ਸਮਾ ਜਾਵੇ ਨਾ ਤਾਂ ਉਹ ਬਹੁਤ ਛੋਟਾ ਹੈ। ਇਨਸਾਨ ਦੀ ਮੂਰਖਤਾ ਇਹ ਆ ਕਿ ਅਸੀਂ ਪਰਮੇਸ਼ਵਰ ਨੂੰ ਆਪਣੇ ਸਿਰ ਦੇ ਵਿੱਚ ਸਮਾਉਣਾ ਮੰਗਦੇ ਹਾਂ, ਬਸ ਇੰਨੇ ਕੁ ਡੱਬੇ 'ਚ ਫਿੱਟ ਕਰਨਾ ਮੰਗਦੇ ਹਾਂ। ਪਰਮੇਸ਼ਵਰ ਔਰ ਉਸਦੇ ਜਿਹੜੇ ਕੰਮ ਆ ਉਹ ਸਾਡੇ ਨਾਲੋਂ ਵਿਰਾਟ ਆ, ਸਾਡੇ ਨਾਲੋਂ ਵੱਡੇ ਆ। ਸੋ ਪ੍ਰਭੂ ਦਾ ਵਚਨ ਜਿਸਲੇ ਗਲਤੀਆਂ ਨੂੰ ਇਹ ਪੁਸਤਕ ਲਿਖੀ ਗਈ ਤਾਂ ਕਿਹਨੂੰ ਲਿਖੀ ਗਈ ਆ? ਇਸ ਲੰਗੇ ਨੂੰ ਜਿਸ ਨੂੰ ਪ੍ਰਭੂ ਨੇ ਲੱਤਾਂ ਦਿੱਤੀਆਂ। ਜਿਸਲੇ ਗਲਤੀਆਂ ਦੀ ਉਹ ਪੁਸਤਕ ਪੜ੍ਹਦਾ ਪਿਆ ਤੇ ਇਹ ਲੰਗਾ ਪੜ੍ਹਦਾ ਪਿਆ ਜੋ ਸੰਤ ਪੌਲ ਨੇ ਉਸ ਨੂੰ ਲਿਖ ਕੇ ਘੱਲੀ ਆ। ਉਹ ਉਹਨਾਂ ਦੂਜੀ ਕੌਮ ਦੇ ਲੋਕ ਜਿਨ੍ਹਾਂ ਨੇ ਪ੍ਰਭੂ ਨੂੰ ਸਵੀਕਾਰ ਕੀਤਾ ਉਹ ਪੜ੍ਹਦੇ ਪਏ ਆ, ਉਹਨਾਂ ਨੂੰ ਉਹ ਸ਼ੁਭ ਸਮਾਚਾਰ ਗਿਆ। ਔਰ ਉਸ ਤੋਂ ਬਾਅਦ ਪੌਲੁਸ ਵਚਨ ਦੇ ਵਿੱਚ ਲਿਖਿਆ 21ਵੀਂ ਆਇਤ, ਪੌਲੁਸ ਅਤੇ ਬਾਰਨਾਬਾਸ ਦਰਬੇ ਦੇ ਵਿੱਚ ਸ਼ੁਭ ਸਮਾਚਾਰ ਸੁਣਾਇਆ ਅਤੇ ਬਹੁਤ ਸਾਰੇ ਚੇਲੇ ਬਣ ਗਏ ਅਤੇ ਫਿਰ ਉਹ ਲੁਸਤਰਾ, ਇਕੋਨੀਅਮ, ਅੰਤਕਿਆ ਦੇ ਵਿੱਚ ਵਾਪਸ ਗਏ ਅਤੇ ਉਹਨਾਂ ਨੇ ਚੇਲਿਆਂ ਦੇ ਮਨਾਂ ਨੂੰ ਪੱਕਾ ਕਰਦੇ ਹੋਏ ਅਤੇ ਵਿਸ਼ਵਾਸ ਦੇ ਵਿੱਚ ਬਣੇ ਰਹਿਣ ਦੇ ਲਈ ਉਤਸ਼ਾਹ ਦਿੱਤਾ ਅਤੇ ਕਿਹਾ ਕਿ ਬਹੁਤ ਸਾਰੇ ਦੁੱਖਾਂ ਦੇ ਰਾਹੀਂ ਪਰਮੇਸ਼ਰ ਦੇ ਰਾਜ ਦੇ ਵਿੱਚ ਦਾਖਲ ਹੋਣਾ ਹੈ। ਅਤੇ ਉਹਨਾਂ ਨੇ ਹਰ ਵਿਸ਼ਵਾਸ ਸੰਗਤ ਦੇ ਲਈ ਬਜ਼ੁਰਗ ਨਿਯੁਕਤ ਕੀਤੇ। ਪ੍ਰਾਰਥਨਾ ਘਰਾਂ ਦੇ ਵਿੱਚ ਵਰਤ ਰੱਖ ਕੇ ਉਹਨਾਂ ਨੇ ਪ੍ਰਭੂ ਦੇ ਜਿਸ ਤੇ ਉਹ ਵਿਸ਼ਵਾਸ ਰੱਖਦੇ ਸਨ ਸਾਹਮਣੇ ਅਰਪਿਤ ਕੀਤਾ। ਅਸੀਂ ਬਾਈਬਲ ਦੇ ਵਿੱਚ ਪਹਿਲੀ ਵਾਰੀ ਚਰਚਾਂ ਸਥਾਪਿਤ ਹੁੰਦੀਆਂ ਦੇਖਦੇ ਪਏ। ਅਸੀਂ ਬਾਈਬਲ ਦੇ ਵਿੱਚ ਪਹਿਲੀ ਵਾਰੀ ਚਰਚਾਂ ਸਥਾਪਿਤ ਹੁੰਦੀਆਂ ਦੇਖਦੇ ਪਏ ਹਾਂ। ਚਰਚਾਂ ਦੇ ਉੱਤੇ ਲੀਡਰ ਸਥਾਪਿਤ ਹੁੰਦੇ ਦੇਖਦੇ ਪਏ ਹਾਂ, ਉਹਨਾਂ ਦੇ ਉੱਤੇ ਬਜ਼ੁਰਗ ਸਥਾਪਿਤ ਹੁੰਦੇ ਪਏ ਦੇਖਦੇ ਹੈਗੇ ਹਾਂ। ਗਾਲ ਦੇ ਇਲਾਕੇ ਤੋਂ ਇਹ ਚੀਜ਼ਾਂ ਸ਼ੁਰੂ ਹੋਈਆਂ ਸੀ ਕਿ ਦੂਜੀਆਂ ਕੌਮਾਂ ਦੇ ਵਿੱਚ ਯਹੂਦੀਆਂ ਤੋਂ ਇਲਾਵਾ ਪ੍ਰਭੂ ਨੇ ਯਹੂਦੀਆਂ ਤੋਂ ਵਚਨ ਖੋਹ ਕੇ ਦੂਜੀਆਂ ਕੌਮਾਂ ਨੂੰ ਪ੍ਰਦਾਨ ਕਰ ਦਿੱਤਾ ਸੀ। ਔਰ ਅੱਜ ਇਸ ਕਰਕੇ ਅਸੀਂ ਦੇਖਦੇ ਪਏ ਹਾਂ ਕਿ ਅਸੀਂ ਚਾਹੇ ਚਾਈਨਾ ਦੇ ਵਿੱਚ ਚੱਲ ਜਾਈਏ ਉੱਥੇ ਚਰਚਾਂ, ਚਾਹੇ ਅਸੀਂ ਰਸ਼ੀਆ ਦੇ ਵਿੱਚ ਚੱਲ ਜਾਈਏ ਤੁਹਾਨੂੰ ਉੱਥੇ ਚਰਚ ਮਿਲੇਗੀ, ਚਾਹੇ ਤੁਸੀਂ ਅਫਰੀਕਾ ਦੇ ਕਿਸੇ ਵੀ ਅਫਰੀਕਨ ਇਲਾਕੇ ਦੇ ਵਿੱਚ ਚੱਲ ਜਾਓ ਤੁਹਾਨੂੰ ਚਰਚ ਮਿਲੇਗੀ, ਚਾਹੇ ਤੁਸੀਂ ਹਿੰਦੁਸਤਾਨ ਦੇ ਵਿੱਚ ਚਲੇ ਜਾਓ ਤੁਸੀਂ ਅੱਜ ਤਾਂ ਪ੍ਰਭੂ ਦਾ ਵਚਨ ਇੱਦਾਂ ਉੱਥੇ ਫੈਲਦਾ ਪਿਆ ਆ ਕਿ ਜਿਸ ਤਰ੍ਹਾਂ ਜੰਗਲ ਨੂੰ ਅੱਗ ਲੱਗੀ ਹੋਵੇ। ਜੰਗਲ ਦੀ ਅੱਗ ਦੇ ਵਾਂਗ ਪ੍ਰਭੂ ਦਾ ਵਚਨ ਲੋਕ ਥੱਕ ਚੁੱਕੇ ਆ ਔਰ ਪ੍ਰਭੂ ਦੀ ਸ਼ਾਂਤੀ ਨੂੰ ਸਵੀਕਾਰ ਕਰ ਰਹੇ ਆ, ਜਿਹੜੀ ਉਸਦਾ ਉਹ ਸ਼ਾਂਤੀ ਦੀ ਕਿਰਨ ਜਿਹੜੀ ਉਹਨਾਂ ਨੂੰ ਸਵਰਗ ਤੋਂ ਮਿਲਦੀ ਪਈ ਉਸ ਨੂੰ ਸਵੀਕਾਰ ਕਰਦੇ ਪਏ ਆ। ਈਵਨ ਅਗਰ ਤੁਸੀਂ ਮਿਡਲ ਈਸਟ ਦੇ ਵਿੱਚ ਵੀ ਚਲ ਜਾਓ, ਚਾਹੇ ਮੁਸਲਮਾਨ ਜਿੰਦਾ ਮਾਰਦੇ ਪਏ ਆ, ਗਲੇ ਵੱਢਦੇ ਪਏ ਆ, ਸਾਡੇ 22 ਭਰਾਵਾਂ ਦੇ ਗਲੇ, 22 ਮਸੀਹੀ ਭਰਾਵਾਂ ਦੇ ਉਹਨਾਂ ਨੇ ਗਲੇ ਪਿਛਲੇ ਹਫ਼ਤੇ ਵੱਢੇ ਆ, ਕਿੰਨਾ ਉਹ ਤੰਗ ਕਰਦੇ ਪਏ ਆ, ਲੇਕਿਨ ਫਿਰ ਵੀ ਤੁਸੀਂ ਉੱਥੇ ਚਰਚਾ ਨੂੰ ਵੱਧਦਾ ਦੇਖਦੇ ਪਏ ਆ, ਘਟਦਾ ਨਹੀਂ ਦੇਖਦੇ ਪਏ। ਕਿੱਥੋਂ ਸ਼ੁਰੂ ਹੋਇਆ? ਇੱਥੋਂ ਸ਼ੁਰੂ ਹੋਇਆ, ਇਸ ਦਿਨ ਤੋਂ ਸ਼ੁਰੂ ਹੋਇਆ ਔਰ ਕਦੀ ਰੁਕਿਆ ਨਹੀਂ। ਜਿਸ ਤਰ੍ਹਾਂ ਉਸ ਦਿਨ ਦੇ ਵਿੱਚ ਬਜ਼ੁਰਗ ਬਣਾਏ ਗਏ ਔਰ ਬਜ਼ੁਰਗ ਥਾਪੇ ਗਏ, ਅੱਜ ਦੇ ਉਹ ਬਜ਼ੁਰਗ ਤੁਸੀਂ ਆ। ਤੁਹਾਨੂੰ ਪ੍ਰਭੂ ਸਾਨੂੰ ਸਿਰਫ ਚੇਲੇ ਹੋਣ ਨੂੰ ਨਹੀਂ ਉਹਨੇ ਸੱਦਿਆ। ਪ੍ਰਭੂ ਦੇ ਵਚਨ ਦੇ ਵਿੱਚ ਲਿਖਿਆ ਕਿ ਮੈਂ ਤੁਹਾਨੂੰ ਕੌਮਾਂ ਦੇ ਵਿੱਚ ਤੁਹਾਨੂੰ ਪੂਛਾਂ ਬਣਨ ਦੇ ਲਈ ਨਹੀਂ ਸੱਦਿਆ, ਬਲਕਿ ਸਿਰ ਬਣਨ ਦੇ ਲਈ ਸੱਦਿਆ। ਸਾਨੂੰ ਉਸਨੇ ਇਹ ਪ੍ਰਭੂ ਦੇ ਪਿੱਛੇ ਚੱਲਣ ਦੇ ਲਈ, ਮੈਂ ਕੋਈ ਤੁਹਾਡਾ ਗੁਰੂ ਨਹੀਂ, ਮੈਂ ਕੋਈ ਤੁਹਾਡਾ ਦੇਵਤਾ ਨਹੀਂ, ਮੈਂ ਤੁਹਾਡਾ ਭਰਾ ਆ, ਮੈਂ ਤੁਹਾਡੇ ਵਰਗਾ ਹੀ ਹਾਂ। That's all it is. ਤੁਸੀਂ ਰਲ ਕੇ ਮੈਨੂੰ ਇਸ ਚੀਜ਼ ਦੇ ਲਈ ਚੁਣਿਆ ਕਿ ਭਰਾ ਤੂੰ ਸਾਨੂੰ ਪ੍ਰਭੂ ਦਾ ਵਚਨ ਸੁਣਾਇਆ ਕਰ, and that's what I am doing. ਲੇਕਿਨ ਜਿਸ ਵੇਲੇ ਇਸ ਪੁਲਪਿਟ ਤੋਂ ਮੈਂ ਥੱਲੇ ਆ, ਮੈਂ ਤੁਹਾਡੇ ਵਰਗਾ ਆ।
ਔਰ ਪ੍ਰਭੂ ਨੇ ਸਾਨੂੰ ਇਸ ਚੀਜ਼ ਦੇ ਲਈ, ਸਾਨੂੰ ਸਾਰਿਆਂ ਨੂੰ ਇਸ ਚੀਜ਼ ਦੇ ਲਈ ਚੁਣਿਆ, ਜਿੱਦਾਂ ਇਹ ਪਾਉਲਸ ਔਰ ਬਾਰਨਾਬਾਸ ਪ੍ਰਭੂ ਦਾ ਵਚਨ ਲੈ ਕੇ ਜਾ ਰਹੇ ਆ ਔਰ ਜਿੱਥੋਂ ਜਿੱਥੋਂ ਦੀ ਉਹ ਲੰਘ ਰਹੇ ਆ, ਪ੍ਰਭੂ ਦੇ ਵਚਨ ਦੀ ਸਥਾਪਨਾ ਹੁੰਦੀ ਜਾ ਰਹੀ ਆ। ਇਸੇ ਕੰਮ ਦੇ ਲਈ ਪ੍ਰਭੂ ਨੇ ਸਾਨੂੰ ਚੁਣਿਆ। ਬੜਾ ਪਵਿੱਤਰ ਚੁਣਾਵ ਆ ਤੁਹਾਡਾ। ਪਰ ਮੇਰੀ ਬੇਨਤੀ ਇਹ ਆ ਕਿ ਉਹ ਰੋਸ਼ਨੀ ਜਿਹੜੀ ਪ੍ਰਭੂ ਨੇ ਤੁਹਾਨੂੰ ਪ੍ਰਦਾਨ ਕੀਤੀ ਆ, ਜਿਹੜੀ ਰੋਸ਼ਨੀ ਪ੍ਰਭੂ ਨੇ ਤੁਹਾਨੂੰ ਦਿੱਤੀ ਆ, ਉਸ ਦੀ ਰਿਸਪੈਕਟ ਕਰੋ, ਉਸ ਦੀ ਰਿਸਪੈਕਟ ਕਰੋ। ਇਹ ਮਹਾਨ ਵਚਨ ਉਸਨੇ ਪੌਲੁਸ ਦੇ ਹੱਥ ਦੇ ਉੱਤੇ ਰੱਖਿਆ ਤੇ ਪੌਲੁਸ ਨੇ ਇਹ ਨਹੀਂ ਕਿਹਾ ਕਿ ਇਹ ਤਾਂ ਤੂੰ ਮੈਨੂੰ ਦੇ ਦਿੱਤਾ ਤੇ ਹੋਰ ਮੈਨੂੰ ਹੁਣ ਕੀ ਤੂੰ ਦਿੰਨਾ। ਪ੍ਰਭੂ ਇਦਾਂ ਕਦੀ ਨਹੀਂ ਦਿੰਦਾ। ਜਿੰਨੀ ਦੇਰ ਤੱਕ ਆ ਵੰਡਿਆ ਨਾ ਜਾਵੇ ਉਨੀ ਦੇਰ ਤੱਕ ਉਹ ਨਹੀਂ ਹੱਥ ਤੇ ਰੱਖਦਾ। ਜਿਹੜਾ ਥੋੜੇ 'ਚ ਵਫਾਦਾਰ ਨਹੀਂ, ਉਹ ਬਹੁਤੇ 'ਚ ਵਫਾਦਾਰ ਵੀ ਨਹੀਂ ਹੋਏਗਾ। ਪੌਲੁਸ ਦੇ ਹੱਥਾਂ ਤੇ ਉਸਨੇ ਥੋੜਾ ਜਿਹਾ ਰੱਖਿਆ। ਉਸਨੇ ਕਿਸੇ ਇਨਸਾਨ ਦਾ ਡਰ ਨਹੀਂ ਰੱਖਿਆ, ਕਿਸੇ ਖਾਨਦਾਨ ਦਾ ਡਰ ਨਹੀਂ ਰੱਖਿਆ, ਉਸਨੇ ਆਪਣੀ ਜਾਤ ਦਾ ਧਿਆਨ ਨਹੀਂ ਰੱਖਿਆ, ਉਸਨੇ ਆਪਣੀ ਪੜ੍ਹਾਈ ਦਾ ਧਿਆਨ ਨਹੀਂ ਰੱਖਿਆ, ਉਸਨੇ ਆਪਣੇ ਅਹੁਦੇ ਦਾ ਧਿਆਨ ਨਹੀਂ ਰੱਖਿਆ। ਉਸ ਨੂੰ ਲੈ ਕੇ ਤੁਰ ਪਿਆ। ਔਰ ਅੱਜ ਅਸੀਂ ਉਸ ਨੂੰ ਸੰਤ ਪੌਲ ਕਹਿੰਦੇ ਹਾਂ। ਅੱਜ ਉਸ ਦੇ ਨਾਮ ਦੇ ਪਿੱਛੇ ਅਸੀਂ ਸ਼ਹਿਰਾਂ ਦੇ ਨਾਂ ਰੱਖਦੇ ਹਾਂ। ਅੱਜ ਉਸ ਦੇ ਨਾਮ ਦੇ ਪਿੱਛੇ ਅਸੀਂ ਯੂਨੀਵਰਸਿਟੀਆਂ ਬਣਾਉਂਦੇ ਹਾਂ। ਅੱਜ ਉਸ ਦੇ ਨਾਮ ਦੇ ਪਿੱਛੇ ਅਸੀਂ ਆਪਣੇ ਬੱਚਿਆਂ ਦੇ ਨਾਮ ਰੱਖਦੇ ਹਾਂ। ਸਾਡਾ ਬੇਟਾ ਪਿੱਛੇ ਬੈਠਾ ਪੌਲ, ਅਸੀਂ ਉਸ ਦੇ ਨਾਮ ਦੇ ਪਿੱਛੇ ਉਸ ਦਾ ਨਾਮ ਰੱਖਿਆ ਹੈ। ਕਿਉਂ? ਕਿਉਂਕਿ ਉਹ ਥੋੜੇ 'ਚ ਵਫਾਦਾਰ ਰਿਹਾ। ਸਾਡੇ ਵਿੱਚੋਂ ਕਈ 18 ਸਾਲ ਦੇ ਬਾਈਬਲ ਸਟੱਡੀਆਂ ਕਰਦੇ ਪਏ, ਸਾਨੂੰ ਇੰਨਾ ਹੀ ਨਹੀਂ ਪਤਾ ਕਿ ਬਾਈਬਲ 'ਚ ਕਿਤਾਬਾਂ ਕਿੰਨੀਆਂ। ਅਗਰ 25 ਕਿਤਾਬਾਂ ਦੇ ਤੁਹਾਨੂੰ ਨਾਂ, ਸਾਡੇ ਵਿੱਚੋਂ ਕਈ ਐਸੇ ਬੈਠੇ ਅਗਰ ਉਹਨੂੰ ਕਹਿੰਦੇ ਕਿ 25 ਬਾਈਬਲ ਦੇ ਵਿੱਚੋਂ ਕਿਤਾਬਾਂ ਦੇ ਨਾਂ ਸੁਣਾ, ਉਹਨਾਂ ਨੂੰ 25 ਬਾਈਬਲ ਦੇ ਕਿਤਾਬਾਂ ਦੇ ਨਾਂ ਨਹੀਂ ਪਤਾ ਹੋਣੇ। ਕੀ ਕਾਰਨ ਆਏ? ਕੀ ਕਾਰਨ ਹੈ ਇਸ ਦਾ? ਅਸੀਂ ਅੱਗੇ ਲੈ ਕੇ ਨਹੀਂ ਵਧੇ। ਜੋ ਪ੍ਰਭੂ ਨੇ ਤੁਹਾਨੂੰ ਦੇ ਦਿੱਤਾ ਉਸ ਨੂੰ ਲੈ ਕੇ ਅੱਗੇ ਵਧੋ। ਜਿਸ ਲਈ ਅਸੀਂ ਅੱਗੇ ਲੈ ਕੇ ਉਸ ਨੂੰ ਵੱਧਦੇ ਹਾਂ, ਰੋਸ਼ਨੀ ਨੂੰ ਅੱਗੇ ਲੈ ਕੇ ਵੱਧਦੇ ਹਾਂ, ਤਾਂ ਫਿਰ ਉਹ ਆਪਣਾ ਚਾਨਣ ਓਨਾ ਹੀ ਸਾਡੇ ਲਈ ਹੋਰ ਕਰਦਾ। ਉਹ ਸਾਡੀਆਂ ਮੁਸੀਬਤਾਂ ਨੂੰ ਹਟਾਉਣਾ ਸ਼ੁਰੂ ਕਰ ਦਿੰਦਾ, ਸਾਡੀਆਂ ਜ਼ਿੰਦਗੀ ਦੀਆਂ ਮੁਸੀਬਤਾਂ ਨੂੰ ਪਰੇ ਕਰਨੀਆਂ ਸ਼ੁਰੂ ਕਰ ਦਿੰਦਾ ਔਰ ਅਸੀਂ ਅੱਗੇ ਵਧਣਾ ਸ਼ੁਰੂ ਕਰ ਦਿੰਦੇ ਹਾਂ। ਜਿਸ ਲਈ ਅਸੀਂ ਉਸ ਨੂੰ ਪਿੱਛੇ ਨੂੰ ਖਿੱਚਣਾ ਸ਼ੁਰੂ ਕਰ ਦਿੰਦੇ ਹਾਂ, ਅਤੇ ਜਿਹੜਾ ਸ਼ੈਤਾਨ ਆ ਉਹ ਜ਼ਿੰਦਗੀ ਦੀਆਂ ਮੁਸੀਬਤਾਂ ਨੂੰ ਅੱਗੇ ਲਿਆਉਣਾ ਸ਼ੁਰੂ ਕਰ ਦਿੰਦਾ ਔਰ ਅਸੀਂ ਹੋਰ ਪਿੱਛੇ ਹਟਦੇ ਚਲੇ ਜਾਂਦੇ ਹਾਂ। ਔਰ ਜ਼ਿੰਦਗੀ ਇਹਦੇ ਵਿੱਚ ਹੀ ਚੱਲਦੀ ਰਹਿੰਦੀ ਹੈ। ਸੰਤ ਪੌਲ ਨੂੰ ਪ੍ਰਭੂ ਨੇ ਇਹ ਬਰਕਤ ਦਿੱਤੀ ਔਰ ਉਹਦੇ ਹੀ ਤਰ੍ਹਾਂ ਤੁਸੀਂ ਚੁਣੇ ਗਏ। ਜੋ ਕੁਛ ਉਸਨੇ ਤੁਹਾਨੂੰ ਬਖਸ਼ਿਆ, ਇਸ ਨੂੰ ਲੈ ਕੇ ਅੱਗੇ ਵਧੋ। ਬਹੁਤ ਦੁਨੀਆ ਦੇ ਵਿੱਚ ਦੁੱਖ ਆ ਮੇਰੇ ਪਿਆਰੇ ਭੈਣੋ ਤੇ ਭਰਾਓ, ਬਹੁਤ ਦੁੱਖ ਆ। ਸਾਡੇ ਤੋਂ ਵੀ ਦੁਖੀ ਭੈਣ ਭਰਾ ਬੈਠੇ ਹੋ ਆ। ਸਾਡੇ ਤੋਂ ਵੀ ਦੁਖੀ ਬੈਠੇ ਹੋ ਆ। ਔਰ ਹਮੇਸ਼ਾ ਇਹ ਦੇਖੋ ਕਿ ਕਿਹਨੂੰ ਪ੍ਰਭੂ ਦੀ ਇਸ ਚਾਨਣ ਦੀ ਜ਼ਰੂਰਤ ਆ, ਉਹਦੇ ਕੋਲ ਲੈ ਕੇ ਜਾਓ। ਪ੍ਰਭੂ ਉਸ ਇਨਸਾਨ ਦੀ ਜ਼ਿੰਦਗੀ ਨੂੰ ਚਾਨਣ ਕਰਨਾ ਮੰਗਦਾ ਆ। ਇਹ ਸਾਡੀ ਜ਼ਿੰਮੇਵਾਰੀ ਆ, ਇਸ ਨੂੰ ਨਿਭਾਓ। ਉਸਨੇ ਕਿਹਾ ਉਸ ਦੇ ਰਾਜ ਦੀ ਖੋਜ ਕਰੋ
ਬਾਕੀ ਦੀਆਂ ਚੀਜ਼ਾਂ ਸਾਨੂੰ ਦੇ ਦਿੱਤੀਆਂ ਜਾਣਗੀਆਂ। ਉਸ ਦੇ ਰਾਜ ਦੀ ਖੋਜ ਇਸ ਤਰ੍ਹਾਂ ਅਸੀਂ ਕਰਦੇ ਹਾਂ ਜਿਸ ਵੇਲੇ ਅਸੀਂ ਉਸ ਦੇ ਰਾਜ ਨੂੰ ਅੱਗੇ ਲੈ ਕੇ ਜਾਂਦੇ ਹਾਂ। ਉਸ ਦੇ ਰਾਜ ਦੀ ਖੋਜ ਘਰ ਬੈਠ ਕੇ ਬਾਈਬਲ ਪੜ੍ਹ ਕੇ ਨਹੀਂ ਹੁੰਦੀ। ਉਸ ਦੇ ਰਾਜ ਦੀ ਖੋਜ ਇਸ ਤਰ੍ਹਾਂ ਹੁੰਦੀ ਹੈ ਜਿਸ ਵੇਲੇ ਅਸੀਂ ਉਸ ਵਚਨ ਨੂੰ ਅੱਗੇ ਲੈ ਕੇ ਜਾਂਦੇ ਹਾਂ, ਜਿਸ ਲਈ ਉਸ ਦੇ ਰਾਜ ਨੂੰ ਵਧਾਉਂਦੇ ਹਾਂ। ਅਸੀਂ ਪਰਮੇਸ਼ਵਰ ਤੋਂ ਰਾਜੇ ਮੰਗੇ ਸੀਗੇ, ਉਹਨੇ ਸਾਨੂੰ ਦੇ ਦਿੱਤੇ ਆ। ਉਸਨੇ ਕਿਹਾ ਸੀਗਾ ਤੁਹਾਡੇ ਲਈ ਕਸ਼ਟ ਤੋਂ ਸਿਵਾਏ ਤੁਹਾਡੇ ਲਈ ਹੋਰ ਕੁਛ ਨਹੀਂ ਪੈਦਾ ਕਰਨਗੇ, ਔਰ ਵਾਕਈ ਉਹਨਾਂ ਨੇ ਸਾਡੇ ਤੋਂ ਕਸ਼ਟ ਤੋਂ ਸਿਵਾਏ ਕੁਛ ਨਹੀਂ ਪੈਦਾ ਕੀਤੇ। ਹਰੇਕ 4 ਸਾਲ ਬਾਅਦ ਸਾਨੂੰ ਬੜੇ ਵਾਅਦੇ ਕਰਦੇ, ਅਸੀਂ ਆਹ ਕਰਾਂਗੇ, ਅਸੀਂ ਉਹ ਕਰਾਂਗੇ, ਅਸੀਂ ਇੱਦਾਂ ਕਰਾਂਗੇ। ਸਭ ਝੂਠੇ ਹੁੰਦੇ ਆ। ਅਸੀਂ ਪਰਮੇਸ਼ਵਰ ਦਾ ਰਾਜ ਠੁਕਰਾਇਆ ਆ, ਪਰ ਪਰਮੇਸ਼ਵਰ ਨੇ ਸਾਨੂੰ ਇਹ ਮੌਕਾ ਦਿੱਤਾ ਕਿ ਅਸੀਂ ਉਸ ਦੇ ਰਾਜ ਨੂੰ ਲੈ ਕੇ ਜਾਈਏ, ਕਿ ਉਹ ਸਾਡੇ ਭੈਣਾਂ ਭਰਾਵਾਂ ਦੀ ਜ਼ਿੰਦਗੀ ਦੇ ਹਨੇਰੇ ਨੂੰ ਦੂਰ ਕਰਕੇ ਆਪਣਾ ਚਾਨਣ ਉਹਨਾਂ ਦੀ ਜ਼ਿੰਦਗੀ 'ਚ ਲੈ ਕੇ ਆਏ। ਪ੍ਰਭੂ ਦੀ ਬਰਕਤ ਤੁਹਾਡੇ ਨਾਲ ਬਣੀ ਰਹੇ ਔਰ ਤੁਹਾਨੂੰ ਆਪਣੇ ਲਈ ਵਰਤੇ, ਔਰ ਤੁਹਾਨੂੰ ਉਹ ਆਪਣੀ ਹਜ਼ੂਰੀ ਦੇ ਨਾਲ ਮਾਲਾ ਮਾਲ ਕਰੇ। ਇਹ ਮੇਰੀ ਤੁਹਾਡੇ ਲਈ ਬੇਨਤੀ ਆ। ਆਓ ਖੜੇ ਹੋਈਏ, ਦੁਆ ਕਰੀਏ।